सतनाम वाहिगुरु साहिब जियो। मांझ महला तीजा। मनमुख पढ़ें पंडित कहावें, दूजै पाए महा दुख पावें। मनमुख पढ़ें पंडित कहावें, दूजै पाए महा दुख पावें। बिख्या माते किछ सूझै नाही, फिर जूनी आवणिया। हाँ वारी जियों वारी, हाँ मैं मार मिलावणिया। गुर सेवा ते हर मन वसिया, हर रस सहज पियावणिया रहा। वेद पढ़ें हर रस नहीं आया, वाद वखाणे मोहे माया। अज्ञान मति सदा अंधियारा, गुरमुख बूझ हर गावणिया। अकथो कथियै शब्द सुहावै, गुरमती मन सचो पहावै। सचो सच रवहें दिन राती, एह मन सच रंगावणिया। जो सच रते तिन सचो पहावै, आपे दे न पछोतावै। गुर कै शब्द सदा सच जाता, मिल सच्चे सुख पावणिया। कूड़ कुसत तिना मैल न लागै, गुर प्रसादी अन दिन जागै। निर्मल नाम वसै कट पीतर, ज्योति जोत मिलावणिया। त्रै गुण पढ़ें हर तत न जानै, मूलों भूले गुर शब्द न पछाणै। मोह व्यापे किछ सूझै नाही, गुर शब्दी हर पावणिया। वेद पुकारै त्रिविध माया, मनमुख ना बूझें दूजै पहाया। त्रै गुण पढ़ें हर एक न जानै, बिन बूझे दुख पावणिया। जां तिस पहावै तां आप मिलाए, गुर शब्दी सहसा दुख चुकाए। नानक नावें की सच्ची वडियाई, नामो मन सुख पावणिया। जां तिस पहावै तां आप मिलाए, गुर शब्दी सहसा दुख चुकाए। नानक नावें की सच्ची वडियाई, नामो मन सुख पावणिया। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी की अपार बख्शिश शाम समय संगत के समय ਨੂੰ ਅਸੀਂ ਪ੍ਰਾਪਤ ਕੀਤਾ ਹੈ। ਓਂਟਾਰੀਓ ਖਾਲਸਾ ਦਰਬਾਰ ਦੇ ਇਸ ਪਾਵਨ ਸਥਾਨ ਗੁਰੂ ਹਜ਼ੂਰੀ ਵਿੱਚ ਇਹ ਸਮਾਂ ਗੁਰਬਾਣੀ ਵਿਆਖਿਆ ਦਾ ਇਸ ਅੰਦਰ ਮਾਝ ਰਾਗ ਚੱਲ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਅਸ਼ਟਪਦੇ ਅਸੀਂ ਵਿਚਾਰਦੇ ਹਾਂ। ਬਚਨ ਪਿੱਛੋਂ ਅਸੀਂ ਵਿਚਾਰਦੇ ਆ ਰਹੇ ਹਾਂ। ਇਸ ਪਾਵਨ ਸ਼ਬਦ ਦੇ ਗਾਲਬਨ ਅਸੀਂ दो पदे विचारे ने। अज 3 नंबर पदे तो विचार अगे तोरांगे। एक सरसरी नज़र रहाओ दे बंद ते है, जो कि मुख सुनहे दा पदा है। गुरुदेव जिक्र करदे हाँ वारी जियों वारी, हाँ मैं मार मिलावणिया। मैं कुर्बान जाना वारने जाना उन्हां मनुखां रूहां इंसानां तो, जिन्हां ने हौ नूं मुकाया ते अपने आप विच अपने आपे ਨੂੰ ਪ੍ਰਾਪਤ ਕੀਤਾ, ਸੱਚ ਨੂੰ ਪ੍ਰਾਪਤ ਕੀਤਾ, ਗੁਰੂ ਨੂੰ ਪ੍ਰਾਪਤ ਕੀਤਾ, ਰੱਬ ਨੂੰ ਪ੍ਰਾਪਤ ਕੀਤਾ। ਵਟ ਐਵਰ ਵੀ ਵਾਂਟ ਟੂ ਸੇ, ਬਟ ਇਨਡੀਡ ਪੀਪਲ ਹੂ ਆਰ ਅੰਡਰਸਟੈਂਡਿੰਗ ਦੈਮਸੈਲਵਸ ਐਂਡ ਐਜ਼ ਵੈਲ ਐਜ਼ ਦ ਅਲਟੀਮੇਟ ਰਿਐਲਿਟੀ, ਆਈ ਰੀਅਲੀ ਐਕਚੁਅਲੀ ਰਿਸਪੈਕਟ ਦੈਮ। ਇਹ ਬਾਬਾ ਜੀ ਬਿਆਨ ਕਰਦੇ ਕਿ ਮੈਂ ਉਹਨਾਂ ਦਾ ਇੰਤਹਾ ਦਾ
ਇੰਤਹਾ ਦਾ ਜੋ ਹੈਗਾ ਉਹ ਸਤਿਕਾਰ ਕਰਦਾ ਹਾਂ। ਅਗਲਾ ਬਚਨ ਆ, ਗੁਰ ਸੇਵਾ ਤੇ ਹਰ ਮਨ ਵਸਿਆ। ਇਹ ਹਰੀ ਮਨ ਵਿੱਚ ਕਿਵੇਂ ਵਸਦਾ, ਕਿਵੇਂ ਉਹ ਆਤਮਸਾਤ ਹੋ ਗਏ, ਹਉਮੈ ਤੋਂ ਬਾਹਰ ਆ ਗਏ। ਮਹਾਰਾਜ ਕਹਿੰਦੇ ਗੁਰ ਸੇਵਾ, ਗੁਰੂ ਦੀ ਸੇਵਾ ਦੇ ਜ਼ਰੀਏ। ਗੁਰੂ ਦੀ ਸੇਵਾ ਹਉਮੈ ਮੁਕਾ ਕੇ ਹੁੰਦੀ, ਗੁਰੂ ਦੀ ਸੇਵਾ ਦੇ ਜ਼ਰੀਏ ਹਉਮੈ ਮੁਕਦੀ। ਯੂ ਕੈਨ ਸੇ ਐਨੀ ਵੇ, ਦੋਨਾਂ 'ਚੋਂ ਕਿਸੇ ਰੂਪ ਵਿੱਚ ਵੀ। ਸੋ ਇਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਅੰਗੇਜ ਕੀਤਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ। ਤੇ ਇਹ ਇੱਕ ਰਸ ਹੈ ਜੋ ਫੋਰਸਫੁਲੀ ਤੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਨਾ ਆਊਟ ਆਫ ਦਾ ਵੇ ਜਾ ਕੇ ਮਿਲ ਸਕਦਾ ਹੈ। ਇਹ ਤੇ ਸਹਿਜ 'ਚ ਮਦਰ ਨੇਚਰ ਦੇ ਇੱਕ ਬਣੇ ਹੋਏ ਨੈਚੁਰਲ ਲਾ ਤੇ ਪੇਸ 'ਚ ਮਿਲਦਾ ਹੈ। ਉਹਦੀ ਬਾਤ ਹੈ, ਰਹਾਉ ਦਾ ਬੰਦ ਹੈ। ਅੱਗੇ ਜੋ 3 ਨੰਬਰ ਪਦਾ ਆ, ਗੁਰਦੇਵ ਕਹਿ ਰਹੇ ਨੇ, ਅਕਥੋ ਕਥੀਐ ਸ਼ਬਦ ਸੁਹਾਵੈ। ਅਕਥੋ ਕਥੀਐ, ਅਕਥ ਤੇ ਰੱਬ ਹੀ ਹੈ, ਅਕਾਲ ਪੁਰਖ ਵਾਹਿਗੁਰੂ ਹੀ ਹੈ, ਜਿਸ ਨੂੰ ਕਹਿ ਕੇ ਵੀ ਅਸੀਂ ਕਹਿ ਨਹੀਂ ਪਾਉਂਦੇ, ਜਿਹਦੇ ਸਾਹਮਣੇ ਲਫ਼ਜ਼ ਬੜੇ ਛੋਟੇ ਨੇ, ਅਲਫਾਜ਼ ਬੜੇ ਛੋਟੇ ਨੇ, ਤੇ ਉਹਦੀ ਹਸਤੀ ਬੜੀ ਵੱਡੀ ਹੈ। ਜਿਵੇਂ ਅਸੀਂ ਬਾਬਾ ਨਾਨਕ ਜੀ ਦੇ ਬਚਨਾਂ 'ਚ ਪੜ੍ਹੀਏ ਤੇ ਮਹਾਰਾਜ ਕਹਿੰਦੇ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ। ਸਭ ਕੁਝ ਅੱਖਰ ਹੀ ਹੈ, ਲਿਖਣਾ ਬੋਲਣਾ ਬਾਣੀ ਸਭ ਕੁਝ। ਐਵਰੀਥਿੰਗ ਕਮਜ਼ ਇਨ ਲੈਟਰਸ, ਇਨ ਵਰਡਸ, ਇਨ ਐਕਚੁਅਲੀ ਸਮ ਸੋਰਟ ਆਫ ਯੂ ਕੈਨ ਸੇ ਲੈਂਗੁਏਜ। ਉਹਦੇ ਅੰਦਰ ਹੀ ਸਭ ਮਤਾਇਤ ਆ। ਪਰ ਇੱਕ ਜਗ੍ਹਾ ਤੇ ਜਾ ਕੇ ਭਾਸ਼ਾ ਦੀ ਵੀ ਲਿਮਿਟ ਹੁੰਦੀ ਹੈ, ਅੱਖਰਾਂ ਦੀ ਵੀ, ਅਲਫਾਜ਼ਾਂ ਦੀ ਵੀ ਲਿਮਿਟ ਹੁੰਦੀ ਹੈ। ਮਹਾਰਾਜ ਕਹਿੰਦੇ ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾ ਹੈ। ਜਿਨੇ ਇਹ ਅੱਖਰ ਵੀ ਕੁਰੇਦੇ, ਜਿਨੇ ਅੱਖਰ ਵੀ ਇਹ ਦਿੱਤੇ, ਜਿਸ ਦੀ ਕਿਰਪਾ ਸਦਕਾ ਜੀਵਨ ਮਿਲਿਆ, ਜੀਵਨ ਵਿੱਚ ਹੀ ਅੱਖਰ ਕੁਰੇਦੇ, ਮਨੁੱਖਤਾ ਬਣੀ, ਮਨੁੱਖੀ ਸਿਵਲਾਈਜੇਸ਼ਨ ਨੇ ਇੱਕ ਤਰ੍ਹਾਂ ਦੇ ਨਾਲ ਇਸ ਕਿਸਮ ਦੀ ਚੀਜ਼ ਨੂੰ ਜਿਹੜਾ ਹੈਗਾ ਐਕਿਊਮੂਲੇਟ ਕੀਤਾ, ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਹਿਊਮੈਨਿਟੀ ਬ੍ਰਿੰਗ ਇਟ ਇਨ ਦਿਸ ਵਰਲਡ, ਇਨ ਪ੍ਰੈਕਟਿਸ ਆਲ ਦੈਟ। ਇਹ ਸਭ ਚੀਜ਼ਾਂ ਹੋਈਆਂ, ਪਰ ਜਿਨ ਇਹ ਲਿਖੇ ਤਿਸ ਸਿਰ ਨਾ ਹੈ। ਉਹਦੇ ਸਿਰ ਤੋਂ ਵੱਡੇ ਨਹੀਂ ਹੈਗੇ, ਉਹਦੇ ਤੋਂ ਵੱਡੇ ਨਹੀਂ ਹੈਗੇ, ਉਹਦੇ ਉੱਤੇ ਨਹੀਂ ਹੈਗੇ। ਇਹਨਾਂ ਦਾ ਜਿਹੜਾ ਹੈਗਾ ਆਭਾ ਉਸ ਹਸਤੀ ਤੋਂ ਛੋਟੀ ਹੈ। ਸੋ ਅਕਥ ਹੈ। ਇਸ ਨੂੰ ਕਈ ਵਾਰ ਬੰਦਾ ਸੋਚੇਗਾ ਵੀ ਕਿ ਅਲਟੀਮੇਟਲੀ ਜਿਹੜਾ ਹੈ ਹੀ ਅਕਥ, ਉਹਨੂੰ ਕਥਨਾ ਕਿ, ਉਹਨੂੰ ਕਹਿਣਾ ਕਿ। ਦੇਖੀ ਗੱਲ ਇਹ ਹੈ ਕਿ ਮਨੁੱਖੀ ਮਨ ਦੀ ਦਸ਼ਾ ਆ ਵਾਂਡਰਿੰਗ, ਭਟਕਣਾ। ਮਨੁੱਖ ਹਰ ਚੀਜ਼ ਦੇ ਮਗਰ ਭੱਜਦਾ, ਰੀਜ਼ਨ ਵੀ ਲੱਭਦਾ, ਉਹਦੇ ਸਿੱਟੇ ਵੀ ਕੱਢਦਾ। ਦੋ ਹੀ ਕੰਮ ਕਰਦੇ ਹਾਂ ਅਸੀਂ ਜੋ ਚੀਜ਼ ਹੁੰਦੀ ਉਹਦੇ ਪਿਛੋਕੜ ਨੂੰ ਲੱਭਦੇ, ਜੋ ਚੀਜ਼ ਹੋਈ ਨਹੀਂ ਜਾਂ ਹੋ ਰਹੀ ਹੈ ਜਾਂ ਹੋ ਸਕਦੀ ਹੈ ਉਹਦੇ ਆਉਣ ਵਾਲੇ ਭਵਿੱਖ ਨੂੰ ਅਸੀਂ ਕਲਪਦੇ, ਹਿਪੋਥੀਸਿਸ ਵਿੱਚ ਜਾਂਦੇ। ਆਈਦਰ ਵੀ try to find out some reasons or hypothesis. That is the human mind's wandering. ਇਸ ਸਾਰੇ ਦੇ ਅੰਦਰ ਜਿਹੜੀ ਕਰਤਾਰੀ ਕੁਦਰਤ ਆ, ਇਹਦੇ ਲਈ ਬੰਦਾ ਸ਼ੁਰੂ ਤੋਂ ਤਰਲੇ ਮੱਛੀ ਹੁੰਦਾ ਰਿਹਾ, ਕਿੱਥੋਂ ਸ਼ੁਰੂ ਹੋਈ, ਕਿੱਥੇ ਖਤਮ ਹੋਈ, ਕੀ ਹੈ ਕੀ ਨਹੀਂ। ਬਾਬਾ ਜੀ ਨੇ ਜਪਜੀ ਸਾਹਿਬ ਵਿੱਚ ਹੀ ਬਿਆਨ ਕੀਤਾ, ਥਿਤ ਵਾਰ ਨਾ ਜੋਗੀ ਜਾਣ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸੇ ਠੀਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰੇ ਆਖਾਂ ਕਿਵ ਸਾਲਾਹੀ, ਕਿਉ ਵਰਣੀ ਕਿਵ ਜਾਣਾ। ਕਿਵੇਂ ਕਹੀਏ, ਕਿਵੇਂ ਸਲਾਹੀਏ, ਕਿਵੇਂ ਬਿਆਨ ਕਰੀਏ। ਹਾਲਤ ਇਹ ਹੈ ਕਿ ਸਾਨੂੰ ਤਾਂ ਪਤਾ ਵੀ ਨਹੀਂ ਕਿ ਉਹਦਾ ਉਸ ਰੂਪ ਦੇ ਵਿੱਚ ਬਾਬਾ ਨਾਨਕ ਜੀ ਖੁਦ ਬਿਆਨ ਕਰਦੇ, ਮੈਂ ਕਰਦਰ ਦੀ ਕੁਦਰਤ ਤੋਂ ਇਹ ਨਹੀਂ ਦੂਰ ਜਾਣਾ ਨਾ, ਮੈਂ ਤਾਂ ਕੁਦਰਤ ਦੇ ਹਰ ਰੰਗ ਨੂੰ ਮਾਣਨਾ। ਮਹਾਰਾਜ ਨੇ ਮਾਣਿਆ, ਮਾਂ ਬਾਪ ਦੇ ਨਾਲ ਰਹੇ, ਭੈਣ ਭਰਾਵਾਂ ਦੇ ਨਾਲ ਰਹੇ, ਸਭ ਰਿਸ਼ਤੇ ਨਿਭਾਏ, ਵਿਆਹ ਹੋਇਆ, ਗ੍ਰਸਤ ਜੀਵਨ ਜੀਆ, ਬੱਚੇ ਪਾਲੇ, ਸੰਸਾਰ ਦੀ ਕਾਰ ਵਿਹਾਰ ਕੀਤੀ, ਜੌਬ ਵੀ ਕੀਤੀ, ਬਿਜ਼ਨਸ ਵੀ ਕੀਤੇ, ਖੇਤੀ ਵੀ ਕੀਤੀ, ਹਰ ਤਰ੍ਹਾਂ ਦੇ ਨਾਲ ਧਰਮ ਦੀ ਕਿਰਿਆ ਨੂੰ ਹਰ ਲੈਵਲ ਤੇ ਪਾਲਿਆ। ਰਾਜੇ ਰਜਵਾੜਿਆਂ ਨਾਲ ਵੀ ਜਾ ਕੇ ਮੱਥੇ ਲਾਏ। ਮਤਲਬ ਕੀ ਨਹੀਂ ਕੀਤਾ। ਇਹੀ ਕੁਦਰਤ ਨੂੰ ਮੰਨਣਾ, ਇਹੀ ਜੀਵਨ ਦੇ ਹਰ ਰੰਗ ਨੂੰ ਜੀਣਾ। ਇਨ ਸਮ ਟਾਈਮ ਵੀ ਸੇ when we say about just actually ਕੁਦਰਤ, then that might mean only nature. no ਕੁਦਰਤ ਦਾ ਮਤਲਬ ਪੂਰੇ ਸੰਸਾਰ ਹੈ, ਕਾਇਨਾਤ ਹੈ ਪੂਰੇ ਦੀ ਪੂਰੀ, ਹਰ ਰੰਗ ਹੈ। ਜਿਵੇਂ ਸਾਹਿਬ ਨੇ ਕਿਹਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਇਹ ਸਭ ਹਰ ਰੰਗ ਤੇ ਹਰ ਇੱਕ ਰੰਗ ਦੇ ਵਿੱਚ ਉਹਦੀ ਮੌਜੂਦਗੀ ਹੈ। ਜੀਵਨ ਯਾਪਨ ਕਰਦਿਆਂ ਹੋਏ ਜਿੱਥੇ ਜਿੱਥੇ ਜਿਵੇਂ ਜਿਵੇਂ ਦਾ ਐਕਸਪੋਜ਼ਰ ਮਿਲਦਾ, ਡਿਊਟੀ ਮਿਲਦੀ, ਉਹਨੂੰ ਬੰਦਾ ਫੁੱਲਫਿਲ ਕਰਦਾ ਉਸ ਰੂਪ ਦੇ ਵਿੱਚ। ਪਰ ਇਹ ਹੈ, ਇਹ ਸਭ ਨੂੰ ਕਰਦਿਆਂ ਹੋਇਆਂ ਮਹਾਰਾਜ ਬਿਆਨ ਕਰਦੇ, ਮੈਂ ਉਸ ਤੋਂ ਬਲਿਹਾਰ ਜਾਣਾ ਜਿਹਨੇ ਸਭ ਕਾਸੇ ਨੂੰ ਸਾਨੂੰ ਪਰੋਸ ਕੇ ਦਿੱਤਾ ਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਬਾਕੀ ਹੈ ਬੇਅੰਤ, ਤੇਰਾ ਅੰਤ ਮੈਂ ਕੀ ਪਾਵਾਂਗਾ। ਮੈਂ ਤੇ ਤੇਰੇ ਦਿੱਤੇ ਹੋਏ ਹੁਕਮ ਦੇ ਵਿੱਚ ਉਸ ਡਿਊਟੀ ਨੂੰ ਸਿਰਫ ਨਿਭਾ ਰਿਹਾ ਜੋ ਮੇਰੇ ਵਿਵੇਕ ਨੇ ਮੈਨੂੰ ਥੋੜੀ ਸਮਝਾਈ ਹੈ। ਬਾਕੀ ਤੂੰ ਸਰਵਸਵ ਹੈ, ਤੇਰੀ ਹਸਤੀ ਜਿਹੜੀ ਹੈ ਬਿਆਂ ਬਾਹਰੀ ਹੈ। ਇਸ ਕਰਕੇ ਕਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਤੇਰੀ ਜ਼ਾਤ ਤੇਰੀ ਜ਼ੋਤ ਹੈ, ਮੈਂ ਤੇਰੀ ਜ਼ਾਤ ਨੂੰ ਕੀ ਬਿਆਨ ਕਰਾਂਗਾ। ਸੋ ਉਹ ਅਕਥ ਹੈ।
ਜਿਹਦੇ ਸਾਹਮਣੇ ਉਹਨੂੰ ਡਿਸਕ੍ਰਾਈਬ ਕਰਨਾ, ਉਹਨੂੰ ਕਿਸੇ ਖਾਸ ਸ਼ੇਪ ਵਿੱਚ, ਰੂਪ ਵਿੱਚ, ਕਿਸੇ ਖਾਸ ਨਿਮਾਵਲੀ 'ਚ ਕਹਿਣਾ, ਬਾਬਾ ਜੀ ਕਹਿੰਦੇ ਇਟਸ ਨਾਟ ਪੋਸੀਬਲ। ਇਸ ਨੂੰ ਜੇ ਤੁਸੀਂ ਸਹੀ ਰੂਪ ਵਿੱਚ ਕਹੋ ਤਾਂ ਇਹ ਵਿਸਮਾਦ ਹੈ ਐਕਚੁਅਲੀ। ਮਨੁੱਖੀ ਮਨ ਦੀ ਇੱਕ ਦਸ਼ਾ ਆ ਜਿੱਥੇ ਮਨੁੱਖੀ ਮਨ ਜਾਣਾ ਨਹੀਂ ਚਾਹੁੰਦਾ, ਕਿਉਂਕਿ ਉੱਥੇ ਜਾ ਕੇ ਕਈ ਜਿਵੇਂ ਰਿਵਰ ਆ, ਰਿਵਰ ਸਟਰੀਮ, ਕੋਈ ਇੱਕ ਛੋਟਾ ਜਿਹਾ ਵਾਹੜਾ ਆ, ਇੱਕ ਛੋਟੀ ਜਿਹੀ ਕੋਈ ਵਾਟਰ ਬਾਡੀ ਆ ਜਿਹੜੀ ਕਿਸੇ ਫਲੋ ਵਿੱਚ ਆ, ਜਦੋਂ ਜਾ ਕੇ ਸਮੁੰਦਰ 'ਚ ਪਏਗੀ ਡੈਫੀਨੇਟਲੀ ਸਮੁੰਦਰ ਦੀ ਇੱਕ ਆਪਣੀ ਇੰਜੋਇਮੈਂਟ ਆ, ਪਰ ਅਨਫੋਰਚੂਨੇਟਲੀ ਉਹ ਆਪ ਖਤਮ ਹੋ ਜਾਏਗੀ। ਹਉਮੈ ਮੁੱਕਣੀ ਹੈ ਨਾ, ਸ਼ਬਦ ਇਹ ਹੈ ਇਹਦੇ 'ਚ। ਦੈਨ ਤੁਸੀਂ ਉਹਦੇ 'ਚ ਜਿਵੇਂ ਬਕੌਲ ਮਸਕੀਨ ਜੀ ਗੱਲ ਕਰੀਏ, ਉਹ ਕਿਆ ਕਰਦੇ ਸੀਗੇ, ਸਮੁੰਦਰ ਦੇ 'ਚ ਨੀਲ ਵੀ ਪੈਂਦਾ ਹੈ, ਥੇਮ ਵੀ ਪੈਂਦਾ ਹੈ, ਗੰਗਾ ਵੀ ਆ ਕੇ ਡਿੱਗਦੀ ਹੈ, ਹੋਰ ਵੀ ਬਹੁਤ ਸਾਰੇ ਡਿਫਰੈਂਟ ਰਿਵਰ ਜਿਹੜੇ ਨੇ ਆ ਕੇ ਡਿੱਗਦੇ ਨੇ। ਪਰ ਤੁਸੀਂ ਸਮੁੰਦਰ 'ਚੋਂ ਜਾ ਕੇ ਨੀਲ ਲੱਭੋ, ਐਮਾਜੋਨ ਲੱਭੋ, ਉਹਦੇ 'ਚੋਂ ਤੁਸੀਂ ਕਹੋ ਕਿ ਓਕੇ ਅਸੀਂ ਜਿਹੜਾ ਹੈਗਾ ਥੇਮ ਰਿਵਰ ਲੱਭਣਾ, ਇਹਦੇ ਵਿੱਚੋਂ ਗੰਗਾ ਲੱਭਣੀ ਹੈ, ਨਹੀਂ ਲੱਭੇਗੀ। ਉੱਥੇ ਕੀ ਹੋ ਜਾਏਗਾ? ਸੋ ਸਮੁੰਦਰ ਜਦੋਂ ਬੰਦੇ ਦੀ ਸੋਚ ਉਸ ਵੱਡੀ ਸੋਚ ਜਾ ਕੇ ਮਰਜ ਕਰ ਜਾਂਦੀ, ਬੰਦਾ ਖਤਮ ਹੋ ਜਾਂਦਾ। ਫਿਰ ਕੀ ਵਡਿਆਈ, ਕੀ ਸਤੁਤੀ ਆਪਣੀ ਲੱਭਣੀ? ਇਸ ਨੂੰ ਤੇ ਫਿਰ ਤੁਸੀਂ ਗੁਰਮਤਿ ਦੇ ਸਕੂਲ 'ਚ ਆ ਕੇ ਦੇਖੋਗੇ ਨਾ। ਹੰਬਲਨੈਸ ਦਾ ਮਤਲਬ ਸਮਝੀਏ ਕਿ ਹਲੀਮੀ, ਨਿਮਰਤਾ, ਇਹ ਵਿਖਾਵਾ ਨਹੀਂ ਹੁੰਦੀ, ਇਹ ਸ਼ੋਅ ਆਫ ਨਹੀਂ ਹੁੰਦਾ। ਇਹਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਸੰਕੀर्ण ਲਵਾਂ ਤਾਂ ਕਿ ਦੂਜਾ ਵੱਡਾ ਹੋ ਜਾਏ। ਇਹ ਹੈ ਜਦੋਂ ਆਪਣੇ ਆਪ ਨੂੰ ਕੋਈ ਸੰਕੀੜਦਾ, ਜਦੋਂ ਆਪਣੇ ਆਪ ਨੂੰ ਉਹ ਉਸ ਰੂਪ ਤੇ ਵੇਖਦਾ, ਦੂਜਾ ਵੱਡਾ ਹੁੰਦਾ। ਦੂਜਾ ਜਿਹੜਾ ਵੱਡਾ ਹੁੰਦਾ ਉਹ ਰੱਬ ਦਾ ਪ੍ਰਤਾਪ, ਰੱਬ ਦੀ ਨਵਾਜ਼ਿਸ਼ ਹੈ ਅਸਲ ਦੇ ਵਿੱਚ। ਬੰਦਾ ਫਿਰ ਉਹਦੇ ਵਿੱਚੋਂ ਆਪਣੀ ਵਡਿਆਈ ਵੇਖਦਾ। ਇਹ ਜਿਹੜਾ ਮਦਰ ਨੇਚਰ ਦਾ ਲਾ ਆ, ਆਪ ਦੇਖੋਗੇ ਬੀਜ ਆ, ਬੀਜ ਮਿੱਟੀ ਦੇ ਸਪੁਰਦ ਕਰਦਾ ਆਪਣੇ ਆਪ ਨੂੰ, ਤੇ ਲੱਗਦਾ ਬੀਜ ਖਤਮ ਹੋ ਗਿਆ ਨਾ। ਮਿੱਟੀ ਕਹਿੰਦੀ ਜੇ ਤੂੰ ਇੰਨਾ ਸਮਰਪਣ ਕੀਤਾ, ਲੈਟ ਮੀ ਡੂ ਮਾਈ ਪਾਰਟ ਨਾਓ, ਮੈਂ ਤੈਨੂੰ ਵਿਖਾਵਾਂਗਾ, ਹੁਣ ਮੈਂ ਵਿਖਾਵਾਂਗੀ ਮੈਂ ਕੀ ਕਰਾਂਗੀ। ਹੁਣ ਮਿੱਟੀ ਆਪਣੀ ਸਾਰੀ ਸ਼ਕਤੀ ਲਾ ਕੇ ਬੀਜ 'ਚ ਪਈ ਹੋਈ ਸੱਤਿਆਂ ਨੂੰ ਵਧਣ ਲਾ ਦਿੰਦੀ, ਬੂਟਾ ਬਣਨ ਲੱਗ ਜਾਂਦਾ। ਜੇ ਬੂਟਾ ਉੱਪਰ ਨੂੰ ਵੱਧਦਾ, ਉਸ ਰੂਪ ਦੇ ਵਿੱਚ ਉਹਦੀ ਹੋਂਦ ਬਣਦੀ, ਉਹਦੀ ਹੋਂਦ ਪਾਣੀ ਬਣਾਉਂਦਾ, এনवायरमेंट ਬਣਾਉਂਦਾ ਉਸ ਰੂਪ ਦੇ ਵਿੱਚ। ਬੂਟਾ ਕਹਿੰਦਾ ਡੋਂਟ ਵਰੀ, ਜੇ এনवायरमेंट ਤੂੰ ਮੈਨੂੰ ਸਪੋਰਟ ਕੀਤੀ, ਲੈਟ ਮੀ ਸਪੋਰਟ ਯੂ ਨਾਓ, ਹੁਣ ਮੈਂ ਆਪਣਾ ਪੂਰਾ ਵਾਹ ਲਾ ਦਿਆਂਗਾ। ਬੂਟੇ ਨੂੰ ਜਿੰਨਾ ਪਾਣੀ ਪਾਉਂਦੇ ਆ, ਉਹਦਾ 1% ਬੂਟਾ ਆਪਣੇ ਆਪ ਨੂੰ ਬਿਲਡ ਕਰਨ ਤੇ ਲਾਉਂਦਾ, 99% ਵਾਪਸ ਆਕਸੀਜਨ ਤੇ ਹੋਰ ਸਭ ਸ਼ੇਪ ਦੇ ਵਿੱਚ এনवायरमेंट ਨੂੰ ਦਿੰਦਾ। ਇੱਕ ਸਾਈਕਲ ਹੈ ਸਾਰਾ ਦਾ ਸਾਰਾ। ਜਿੱਥੇ ਸਵਾਰਥੀ ਹੋਏਗਾ, ਜਿੱਥੇ ਬੀਜ ਹੈਗਾ ਕਿ ਨੋ ਨੋ ਆਈ ਡੋਂਟ ਵਾਂਟ ਟੂ ਬੀ ਸ਼ੇਅਰ ਮਾਈ ਸੈਲਫ ਟੂ ਸਮਵਨ, ਠੀਕ ਹੈ ਭਾਈ, ਤੇ ਅਲਟੀਮੇਟਲੀ ਬੀਜ ਵੀ ਨਹੀਂ ਰਹੇਗਾ, ਗਲ ਜਾਏਗਾ ਇੱਕ ਦਿਨ ਆਪਣੇ ਆਪ, ਸੱਤਿਆ ਖਤਮ ਹੋ ਜਾਏਗੀ। ਮਿੱਟੀ ਗਏ, ਨੋ 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 ਆਈ ਡੋਂਟ ਵਾਂਟ ਟੂ ਐਕਚੁਅਲੀ ਸਪੋਰਟ ਐਨੀਬਡੀ, ਨੋ ਹਾਊ ਡੂ ਆਈ ਸਪੋਰਟ, ਹਾਊ ਸ਼ੁਡ ਆਈ ਸਪੋਰਟ, ਨੋ ਨੋ ਮੈਨੂੰ ਕਿਉਂ ਸਪੋਰਟ ਕਰਨੀ ਚਾਹੀਦੀ ਹੈ, ਮੇਰੀ ਹਸਤੀ ਖਤਮ ਹੋ ਜਾਏਗੀ। ਨਹੀਂ ਹੋਏਗਾ ਕਿ ਸਭ ਖਤਮ ਹੋ ਜਾਏਗਾ, ਲਾਈਫ ਸਾਈਕਲ ਹੀ ਖਤਮ ਹੋ ਜਾਏਗਾ। ਇਹ ਸਾਰੇ ਦੇ ਵਿੱਚ ਇਹ ਹੈ ਕਿ ਜਿਹੜਾ ਬੰਦਾ ਆ, ਬੰਦੇ ਨੂੰ ਦੱਸਿਆ ਜਾ ਰਿਹਾ, ਬੰਦੇ ਨੂੰ ਸੁਰਤਿਆਬ ਕੀਤਾ ਜਾ ਰਿਹਾ। ਤੇ ਬੰਦਾ ਸੁਰਤਿਆਬ ਕਿਵੇਂ ਹੋਏਗਾ? ਜਦੋਂ ਬੰਦਾ ਇੱਕ ਐਸੀ ਇੱਕ ਇਨਵਿਜ਼ੀਬਲ ਫੋਰਸ ਤੇ ਆਪਣੇ ਆਪ ਨੂੰ ਲੈ ਆਵੇਗਾ, ਜਿਹੜੀ ਦਿਸਦੀ ਨਹੀਂ, ਬਿਆਨ ਵੀ ਨਹੀਂ ਹੁੰਦੀ, ਲਫ਼ਜ਼ ਵੀ ਖਤਮ ਹੋ ਜਾਂਦੇ। ਗੁਰੂ ਅਮਰਦਾਸ ਸਾਹਿਬ ਦਾ ਆਨੰਦ ਸਾਹਿਬ ਪੜ੍ਹਦੇ ਆ, ਮਹਾਰਾਜ ਕਹਿੰਦੇ ਆਓ ਸੰਤ ਪਿਆਰਿਓ, ਹੇ ਮੇਰੇ ਸਤਸੰਗੀ ਵੀਰੋ ਭੈਣੋ, ਆਓ ਸਾਰੇ ਰਲ ਕੇ ਸਖਾ ਬਣੀਏ, ਆਹ ਕੰਮ ਕਰੀਏ। ਆਓ ਸੰਤ ਪਿਆਰਿਓ, ਅਕਥ ਕੀ ਕਰਾਂ ਕਹਾਣੀ। ਇਹ ਕਹਾਣੀ ਕਹਿੰਦੇ ਆ, ਕਹਾਣੀ ਕਹਾਂਗੇ ਅਕਥ ਦੀ। ਗੁਰੂ ਅਮਰਦਾਸ ਸਾਹਿਬ ਕੈਸੀਆਂ ਗੱਲਾਂ ਕਰਦੇ ਹੋ, ਵਿਰੋਧਾਭਾਸੀ ਗੱਲਾਂ ਨੇ। ਜਿਹੜਾ ਹੈ ਹੀ ਅਕਥ, ਉਹਨੂੰ ਕੀ ਕਹਾਂਗੇ? ਕਿਸ ਗੱਲ ਨਾਲ ਕਹਾਂਗੇ? ਉਸ ਨੂੰ ਕੀ ਬਿਆਨ ਕਰਾਂਗੇ? ਮਹਾਰਾਜ ਕਹਿੰਦੇ ਨਹੀਂ, ਕਹਾਣੀ ਕੁਝ ਹੋਰ ਕਹਿਣੀ ਹੈ। ਕਹਾਣੀ ਸਿਰਫ ਇਹ ਨਹੀਂ ਹੁੰਦੀ ਕਿ ਉਹਨੂੰ ਕਥਨਾ ਆ, ਬਲਕਿ ਉਹਦੀ ਬਾਰੇ ਗੱਲ ਕਰਨੀ ਹੈ, ਉਹਦੇ ਬਾਰੇ ਗੱਲ ਕਰਕੇ ਆਪਣੀ ਗੱਲ ਕਰਨੀ ਹੈ, ਅਸਲ ਦੀ ਗੱਲ ਕਰਨੀ ਹੈ। ਆਹੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਉਸ ਅਕਥ ਨੂੰ ਸਾਡੀ ਸੁਰਤ ਕਿਵੇਂ ਪ੍ਰਾਪਤ ਕਰੇ, ਅਸੀਂ ਉਸ ਲੈਵਲ ਤੋਂ, ਉਸ ਬਲੀਵ ਵਿੱਚ ਕਿਵੇਂ ਆਈਏ, ਵਿਸ਼ਵਾਸ 'ਚ ਕਿਵੇਂ ਆਈਏ, ਜਿਸ ਵਿਸ਼ਵਾਸ 'ਤੇ ਜਾ ਕੇ, ਜਿਵੇਂ ਸਪੋਜ਼ ਕਰੋ ਮੈਂ ਚੀਜ਼ਾਂ ਕਈ ਵਾਰੀ ਦੇਖਦਾ ਆ, ਇੱਕ ਛੋਟੀ ਜਿਹੀ ਡਾਕੂਮੈਂਟਰੀ ਦੇਖੀ ਸੀ ਮੈਂ, ਕਿਸੇ ਨੇ ਮੈਨੂੰ ਦਿਖਾਈ ਸੀ ਉਹ ਡਾਕੂਮੈਂਟਰੀ। ਐਕਚੁਅਲੀ ਕੋਈ ਇਨਸੀਡੈਂਟ ਸੀ ਹੋਇਆ, ਉਹਦੇ ਵਿੱਚੋਂ ਡਾਕੂਮੈਂਟਰੀ ਨਿਕਲੀ ਕਿਸੇ ਤਰੀਕੇ ਨਾਲ। ਖੈਰ I don't want to go that side because it will take a lot of time. Just focus on to what we are discussing here.
ਉਹ 'ਚ ਹੋਇਆ ਇਹ ਕਿ ਇੱਕ ਸ਼ਖਸ ਆ ਮੀਡੀਆਕਾਰ, ਉਹ ਕੁਝ ਲੋਕਾਂ ਨੂੰ ਇੰਟਰਵਿਊ ਕਰ ਰਿਹਾ। ਇੰਟਰਵਿਊ ਕਿਹਨੂੰ ਕਰ ਰਿਹਾ? ਉਹ ਇੱਕ ਬੇਸਬਾਲ ਦਾ ਬੜਾ ਨਾਮਵਰ ਪਲੇਅਰ ਆ, ਤੇ ਉਸ ਨੂੰ ਉਹ ਕਹਿੰਦਾ ਕਿ ਵੈਨ ਡਿਡ ਯੂ ਰਿਅਲਾਈਜ਼ ਦੈਟ ਯੂ ਆਰ ਗੋਨਾ ਬੀ ਸਟਾਰ ਪਲੇਅਰ ਇਨ ਬੇਸਬਾਲ? ਉਹ ਕਹਿੰਦਾ ਵੈਨ ਆਈ ਹਿੱਟ ਫਸਟ ਟਾਈਮ actually a ball with my bat, and my dad actually shouted out loudly and said to me, you gonna be star player, you are really good baseball player. That's it. That was my actually starting, and it converted in my destiny. ठीक है जी। बहुत सारियां होर भी शख्सियतां ने इंटरव्यू किया उन्हें। फिर एक जेल च बैठा शख्स आ, उन्होंने जाके इंटरव्यू करता है। वो कहता भी when did you actually realize that, or where was the beginning when this journey come kind of actually you end up here, you get this sort of lifestyle and you are here in jail, in prison. Okay, you know, when I was young, my dad used to say to me, तू तो जेल जाएगा पक्का। कहता बस I was listening all the time and I realized, okay, that would be my destiny. ਹੁਣ ਗੱਲ ਇਹ ਹੈ ਕਿ ਚੀਜ਼ਾਂ ਨੂੰ ਅਸੀਂ ਪਰਸੀਵ ਕਰਦੇ ਹਾਂ, ਸਾਡੇ ਆਲੇ ਦੁਆਲੇ ਨੂੰ ਸਿਮਰਨ ਹੁੰਦਾ ਸਾਡੇ ਬਾਰੇ, ਤੇ ਅਸੀਂ ਉਹਨਾਂ ਨੂੰ ਸੁਰਤ 'ਚ ਪਾਈ ਜਾਂਦੇ, ਫਿਰ ਉਹ ਸਾਡੀ ਅਲਟੀਮੇਟਲੀ ਡੈਸਟਨੀ ਬਣ ਜਾਂਦੀ। ਪਰ ਜਿਹੜੀ 'ਚ ਗੱਲ ਕੀਤੀ ਅੱਗੇ ਜਾ ਕੇ ਉਸ ਮੀਡੀਆਕਾਰ ਨੇ, ਉਹ ਕਹਿੰਦਾ ਗੱਲ ਇਹ ਹੈਗੀ ਹੈ ਕਿ ਨੋ ਡਾਊਟ फादर ने कहा कि यू आर गोना बी स्टार प्लेयर इन बेसबॉल। ये उस वक्त कुछ भी नहीं सीगा, ना तू स्टार सी ना तू प्लेयर सी, कुछ भी नहीं, तू एक बच्चा सीगा, तेरे वर्गे बच्चे तुरे फिरते सीगे। उन्हें तेन कुछ विजन कराया, तू विजन कर लिया, दैट वाज योर डेस्टिनी। अकथ आ, अजे कोई चीज होई नहीं, ये सारी एक हिपोथिस वे दे नाल एक ਵਿਖਾਣ ਦੇ ਰੂਪ ਦੇ ਵਿੱਚ, ਇੱਕ ਇਮੈਜੀਨੇਸ਼ਨ ਦੇ ਚੱਲਦਾ ਹੈ। ਕੋਈ ਬਲੀਵ ਕਰ ਜਾਂਦਾ, ਜਦੋਂ ਕੋਈ ਬਲੀਵ ਕਰ ਜਾਂਦਾ ਬਸ ਉਹ ਹੋ ਜਾਂਦਾ। ਅਕਾਲ ਪੁਰਖ ਵਾਹਿਗੁਰੂ ਇਸ ਕਾਇਨਾਤ ਦੇ ਇਸੇ ਨਿਯਮ ਵਿੱਚ ਵਸਦਾ ਆ। ਜਿਹਨੂੰ ਉਹਦਾ ਅਹਿਸਾਸ ਆ ਉਹ ਮੌਜੂਦ ਆ, ਉਹ ਕਾਇਮ ਦਾਇਮ ਆ। ਜਿਹਨੂੰ ਅਹਿਸਾਸ ਨਹੀਂਗਾ ਉਹਦੇ ਵਾਸਤੇ ਹੈ ਹੀ ਨਹੀਂਗਾ। ਆ ਇਸ ਤਰ੍ਹਾਂ ਲੈ ਲਓ ਇਸ ਨੂੰ। ਜੇ ਅਸੀਂ ਗੁਰੂ ਸਾਹਿਬ ਤੇ ਭਗਤਾਂ ਨੂੰ ਪੜ੍ਹਦੇ ਹਾਂ ਤੇ ਉਹ ਕਹਿੰਦੇ ਵੀ ਸਾਡੇ ਲਈ ਤੇ ਉਹ ਬਾਬਾ ਰਵਿਦਾਸ ਨੂੰ ਪੁੱਛੋ, ਭਗਤ ਰਵਿਦਾਸ ਜੀ ਤੁਸੀਂ ਦੱਸੋਗੇ ਭਗਤ ਜੀ ਕਿੱਥੇ ਆ? ਉਹ ਦਿਸਦਾ ਤੇ ਹੈ ਨਹੀਂਗਾ। ਉਹ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ। ਸੱਚ ਇਹ ਹੈ, ਮੇਰੇ ਤੋਂ ਪੁੱਛਦੇ ਹੋ, ਸਾਡਾ ਸਭ ਤੋਂ ਵੱਡਾ ਸਪੋਰਟਰ, ਸਭ ਤੋਂ ਵੱਡਾ ਸਾਡਾ ਹੈਲਪਰ, ਸਭ ਤੋਂ ਵੱਡਾ ਸਾਡਾ ਨੇੜਲਾ ਜਿਹੜਾ ਸਾਥੀ ਆ ਉਹ ਸਾਡਾ ਹੱਥ ਹੈ। ਤੁਸੀਂ ਕਦੀ ਧਿਆਨ ਕੀਤਾ ਹੋਏ, ਜੇ ਸਿਰ ਦੁਖੇ ਤੇ ਸਿਰ ਦਾ ਹਾਲ ਪੁੱਛ ਲੈਂਦਾ ਹੈ, ਜੇ ਪੈਰ ਦੁਖੇ ਤੇ ਪੈਰ ਦਾ ਹਾਲ ਪੁੱਛ ਲੈਂਦਾ। ਇਹ ਹੱਥ ਹੈ, ਸਭ ਤੋਂ ਨੇੜੇ ਹੈ। ਜੇ ਸਪੋਜ਼ ਕਰੋ ਕਿਸੇ ਦਾ ਬਾਈ ਚਾਂਸ ਕਿਤੇ ਪੈਰ ਫਿਸਲ ਜਾਏ, ਕਿਸੇ ਸਰੂਪ ਦੇ 'ਚ ਅਸੀਂ ਸਲਿੱਪ ਕਰ ਜਾਈਏ, ਜਿਹੜੇ ਪਾਸੇ ਵੀ ਡਿੱਗਾਂਗੇ ਉਸੇ ਪਾਸੇ ਸੱਟ ਲੱਗੇਗੀ। ਸਾਰੇ ਸਰੀਰ ਨੂੰ ਆਪਣੇ ਉੱਤੇ ਜਿਹੜਾ ਹੈਗਾ ਚੁੱਕਣ ਵਾਸਤੇ ਹੱਥ ਅੱਗੇ ਆ ਜਾਏਗਾ, ਮੈਂ ਸਪੋਰਟ ਕਰਾਂਗਾ। ਸਭ ਤੋਂ ਵੱਡੀ ਹੈਲਪ ਹੈ। ਈਵਨ ਅਸੀਂ ਬੈਠੇ ਹਾਂ ਇੱਥੇ, ਕੋਈ ਸਾਡੇ ਵੱਲ ਚੀਜ਼ ਬਾਈ ਚਾਂਸ ਕਿਤੇ ਕੁਦਰਤੀ ਤੌਰ 'ਤੇ ਕੋਈ ਚੀਜ਼ ਆ ਰਹੀ ਹੋਏ, ਕੁਝ ਇਹੋ ਜਿਹਾ ਕੋਈ ਆਬਜੈਕਟ ਸਾਡੇ ਵੱਲ ਡਿੱਗ ਰਿਹਾ ਹੋਇਆ, ਕੋਈ ਥਰੋ ਕਰੇ ਕੋਈ ਸਾਡੇ ਵੱਲ ਕੋਈ ਚੀਜ਼, ਕਿਤੇ ਵੀ ਸਰੀਰ 'ਤੇ ਲੱਗੇਗੀ, ਸੱਟ ਲੱਗੇਗੀ, ਪਰ ਪ੍ਰੋਟੈਕਸ਼ਨ ਵਾਸਤੇ ਹੱਥ ਆਵੇਗਾ ਅੱਗੇ। ਇਸ ਰੂਪ ਦੇ ਅੰਦਰ ਸਭ ਤੋਂ ਵੱਡੀ ਸਪੋਰਟ ਆ। ਬਾਬਾ ਰਵਿਦਾਸ ਜੀ ਬਿਆਨ ਕਰਦੇ ਵੀ ਮੇਰਾ ਤੇ ਪੱਕਾ ਯਕੀਨ ਹੈ, ਮੈਨੂੰ ਤਾਂ ਅਹਿਸਾਸ ਇਸ ਗੱਲ ਦਾ, ਕਹਿ ਰਵਿਦਾਸ ਹੱਥ ਪੈ ਨੇਰਾ। ਮੇਰਾ ਹੱਥ ਹੋ ਸਕਦਾ ਦੇਰੀ ਕਰਦੇ, ਥੋੜੀ ਦੂਰ ਹੋਏ ਮੇਰੇ ਤੋਂ, ਉਹ ਮੇਰੇ ਤੋਂ ਇੰਨੀ ਦੂਰ ਵੀ ਨਹੀਂ। ਇਹਨੂੰ ਕਿਹਾ ਗਿਆ ਸਦਾ ਅੰਗ ਸੰਗੇ, ਅੰਗ ਤੇ ਅੰਗ ਤੋਂ ਵੀ ਸੰਗ ਹੈ ਉਹ। ਅਪੰਗੰਗ ਪਿਪੂਤੇ, ਅਪੰਗ ਹੱਥ ਤੇ ਮੇਰਾ ਕੋਈ ਅਪੰਗ ਵੀ ਕਰ ਦੇਗਾ, ਲਾ ਵੀ ਦੇਗਾ, ਉਹਨੂੰ ਤਾਂ ਫਿਰ ਵੀ ਅਪੰਗ ਨਹੀਂ ਕੀਤਾ ਜਾ ਸਕਦਾ, ਦੂਰ ਨਹੀਂ ਕੀਤਾ ਜਾ ਸਕਦਾ। ਪਰ ਹੈ ਅਕਥ। ਕਿਆ ਇਹਦੀ ਕਹਾਣੀ ਕਹੀਏ, ਕਹਾਣੀ ਇਹ ਕਹੀਏ, ਸੁਰਤ ਇਸ ਸਟੇਟ ਆਫ ਮਾइंड 'ਚ ਕਿਵੇਂ ਪਹੁੰਚੇਗੀ? ਆਹੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, એનર્ਜੀ ਹੈ, ਕਿਵੇਂ ਕਨਵਰਟ ਕਰਨੀ ਹੈ ਸਾਰੇ ਦੀ ਸਾਰੇ।
एनर्जी है बंदे। सपोज करो तन मन धन की गल की, आप धन तो गल शुरू करते हैं। सरमाया, पैसा, दौलत। दुनिया भर के लोग अज तुसीं देखोगे सरमाया खर्च के, कमाए हुए धन नूं खर्च के ही अपने जीवन नूं शेप देंदे ने। जे शराब की बोतल खरीदनी है तो भी पैसे चाहिए ने, जे चंगी किताब खरीदनी है तो भी पैसे चाहिए ने, जे पोथी भी खरीद के लियानी है यू हैव टू पे। जे तुसीं सपोज करो डिवाइस लिया, डिवाइस वास्ते कुछ पे किया है, उहदे लई तुसीं नैट वास्ते कुछ पे करदे हो, उहदे विच ही सब खुराफात भी उहदे विच आ, सोशल मीडिया भी उहदे विच आ, उहदे च गुरबाणी दी ऐप भी ने, कीर्तन भी, सब कुछ आ। इट्स अप टू यू, तुसीं की देखना, की पढ़ना है। सो ये है तन मन धन सब सौंप गुर को। किसी वड्डे गुर दे आशे नूं, वड्डे स्कूल ऑफ थॉट नूं, आइडियोलॉजी नूं फॉलो करदियां होए अपने आप नूं, अपनी एनर्जी नूं जो उस पासे कन्वर्ट करोगे, अकथ की कहानी होएगी। ऐसी कहानी बंदा ये भी इस तरह जानिए, असी मोस्टली अपने आप नूं खुद ही नहीं समझते। बंदा रब दा रूप है, बंदा रब दी जात है। बंदा जे किते रब्बी आशे च आ जाए ये देवता आ। ईवन देवते पूजन की भी लोड़ नहीं, धरती के देवते मनुख बन सकते हैं। वी हैव दैट काइंड ऑफ डिवाइन फोर्स एंड वी आर कैरिंग इट, जस्ट वी आर नॉट अवेयर अबाउट इट। बाबा जी सिंह अकथ की आ कहानी करिए, अवेयर होइए ये बारे। अज गुरु अमरदास साहब ने इतने बचन किया, अकथो कथी है शब्द सुहाव है। जो अकथ नूं कथन चलोगे फिर शब्द सुहावेगा। सुहावेगा मतलब इस तरह जानिए, गल्लां तो कोई भी कर कीतियां जा सकदियां ने, समाज दियां, परिवार दियां, आले दुआले दियां, कुछ भी सुनिया जा सकता है। सुनन नूं ते लोग सॉरी टू से, जे तुसीं पिछे अपने पंजाबी लैंगुएज, दुनिया भर की वैसे लैंगुएज कोई भी लै लो, वो देखोगे जो कुछ बहुतायत लोगों ने गाया, बड़ा गला लगा लगा के, इंस्ट्रूमेंट्स बजा बजा के, धुना बना बना के, जे सारे नूं नचोड़ के कड्डोगे तो विचों कुछ भी नहीं निकलना, सवाए वाशना तो, सवाए हौमे तो, सवाए कुछ मनुखी कमजोरियां, नशे पत्ते, इहो जिहियां चीज़ां तो कुछ भी नहीं गा। ये चीज़ जो बंदा डीप लैवल ते देखदा है, सोभदी नहीं चीज़, बिल्कुल भी नहीं सोभदी। ਆਪਾਂ इस तरह देखिए, मैं फोकलोर पढ़िया, फोकलोर च बहुत कुछ ऐसिया चीज़ां पढ़िया जिन्होंने कई बार बंदा आम हालतों में जिहड़ा हैगा समझदा, पढ़दा, देखदा नहीं हैगा। पंजाबी फिजां दे विच जे मजाजी किस्सिਆਂ च कीती गल कीती जाए तो हीर रांझा सब तो वध पढ़िया जाने वाला किस्सा सीगा। हालांकि बारे शाह की जिहड़ी लिखी गई है शाहकार रचना पढ़ी जाती सी लिटरेचर दे विच, वो खुद कहिंदा है कि कुरान शरीफ दे मायने ने जो ये शेर मियाँ वारे शाह दे ने, वो कुछ होर गल कह रहे। ਉਹਦੇ ਤੁਸੀਂ रंग ਨੂੰ पढ़ोगे तो ਉਹਦੇ ਵਿੱਚ ਉਹ समाज की वो तस्वीर विखा रहा है कि ਜਿਹਦੇ ਚ ਪਛਲੇਰੀ ਉਮਰ ਦੇ ਚ ਮਾਂ ਬਾਪ ਦੇ ਘਰ ਔਲਾਦ ਆਉਂਦੀ ਹੈ, ਵੱਡੇ ਬੱਚੇ ਵੱਡੇ ਹੋ ਜਾਂਦੇ, ਉਹਨਾਂ ਦੀ ਜ਼ਰੂਰਤਾਂ ਵੱਡੀਆਂ ਹੋ ਜਾਂਦੀਆਂ, ਕਹਿਣ ਨੂੰ ਭਰਾ ਆ ਪਰ ਭਰਾ ਕਰਦੇ ਕੀ ਨੇ, ਸਾਰੀ ਚੰਗੀ ਵਗਦੀ ਜ਼ਮੀਨ ਆਪ ਵਾਹਣ ਲੱਗ ਜਾਂਦੇ ਨੇ, ਉਹਨੂੰ ਉਹ ਜ਼ਮੀਨ ਦੇ ਦਿੰਦੇ ਜਿਹੜੀ ਉਹ ਵਾਹ ਹੀ ਨਹੀਂ ਸਕਦਾ। ਹੁਣ ਕੀ ਕਰੇਗਾ? ਇਹ ਆਮ ਪੰਜਾਬ ਦੇ ਜਿਹੜਾ ਹੈਗਾ ਕਲਚਰ ਦੀ ਅੱਜ ਤੱਕ ਦੀ ਦਾਸਤਾਨ ਆ। ਵੱਡੇ ਪਰਿਵਾਰਾਂ ਦੇ ਵਿੱਚ ਜਿੱਥੇ ਵੱਡਾ ਸਰਦਾਰ ਹੈ ਕੋਈ, ਉਹਦੇ ਕੋਲ ਕੁਝ ਜ਼ਮੀਨ, ਕੁਝ ਕਾਰੋਬਾਰ ਹੈ, औलाद दे सब तो छोटी औलाद है, विगड़ेगी तो विगड़ेगी इस करके कोई लाडली होएगी, सब कुछ होएगा, फिर होएगा ये अखीर दे विच जाके वो बुढ़े बारे वो फौत हो जाणगे, ਉਹਦਾ ਲਾਡਲਾਪਨ, सारा कुछ ਉਹਦੇ ਵਾਸਤੇ ਇੱਕ बड़ा ਵੱਡਾ ਜਿਹੜਾ ਸਰਾਪ ਬਣੇਗਾ, ਕਰਸ ਬਣੇਗਾ। ਫਿਰ ਉਹ ਵੱਡੇ ਸਰੀਕੇਬਾਜੀ ਕਰਕੇ ਉਹਦੀ ਬਾਹ ਵੀ ਨਹੀਂ ਫੜਨਗੇ। ਅਖੀਰ ਫਿਰ ਕਿਸੇ ਦੀਆਂ ਜਾ ਕੇ ਮੱਝਾਂ ਚਾਰੇਗਾ। मतलब ਉਹਦੀ ਕਹਾਣੀ ਕੁਝ ਹੋਰ ਬਿਆਨ ਕਰਦੀ, ਸੁਸਾਇਟੀ ਦੇ ਉਸ ਰੂਪ ਨੂੰ ਬਿਆਨ ਕਰਦੀ ਜਿਹਦੇ ਚ ਸੁਸਾਇਟੀ ਦਾ ਇੱਕ ਦਵੈਕ ਹੈ, ਇੱਕ ਈਰਖਾ ਹੈ, ਸਭ ਚੀਜ਼ਾਂ ਸ਼ਰੀਕੇਬਾਜੀ ਪਈ ਹੈ। ਬਟ ਹੂ ਕੇਅਰ, ਬੈਂਤ ਸੁਣਨੇ ਆ ਬਸ ਉਸੇ ਰੂਪ ਦੇ ਵਿੱਚ, ਮਜਾਜੀ ਰੰਗ ਦੇ ਵਿੱਚ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਉਹ ਸਾਰੇ ਨੂੰ ਸਮਾਜ ਵੇਖਦਾ, ਸਮਾਜ ਉਸ ਨੂੰ ਜਿਹੜਾ ਹੈਗਾ ਗ੍ਰੈਬ ਕਰਦਾ ਸਭ ਚੀਜ਼ਾਂ ਦੇ ਵਿੱਚ। ਤੇ ਅਖੀਰ ਜੋ ਫੋਕਲੋਰ 'ਚ ਮੈਨੂੰ ਪੜ੍ਹਨ ਸੁਣਨ 'ਚ ਆਇਆ, ਉਹ 'ਚ ਆਇਆ ਕਿ ਉਹਦੀ ਆਪਣੀ ਬੱਚੀ उस इश्क मजाजी के रंग च रंगी जाती, तो परिवार की उस वलगण नूं, सरदल नूं टपदी तो फिर उसदी वाइफ उन्होंने कहती कि होर इहो जे बैंत लिख के पढ़ महफलों के विच जाके, आ सारा घर दे विच होण लगा, देख तमाशा मजमा। मैं जिहड़ी बेनती कर रहा, जिहड़ियां चीज़ां सोभदियां समाज परिवार नूं, बंदा कई वारी ध्यान नहीं दिंदा उन्हां नूं।
ਉਹਨਾਂ ਚੀਜ਼ਾਂ ਤੇ ਫੋਰਸ ਆਪਣੇ ਕੰਨ ਦਿੰਦਾ, ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦਾ, ਸੁਣਨ 'ਚ ਪੜ੍ਹਨ 'ਚ ਚੰਗੀਆਂ ਲੱਗਦੀਆਂ, ਇੰਟਰਟੇਨ ਕਰ ਰਿਹਾ ਆਪਣੇ ਆਪ ਨੂੰ। ਅਲਟੀਮੇਟਲੀ ਜਦੋਂ ਆਪ ਸਾਹਮਣੇ ਵਾਪਰਦਾ ਵੇਖਦਾ, ਫਿਰ ਕਿਤੇ ਰੌਂਗਟੇ ਖੜੇ ਹੁੰਦੇ, ਆਹ ਕੀ ਬਣ ਗਿਆ, ਓਹ ਹੋ ਇਹ ਤੇ ਨਹੀਂ ਸੋਚਿਆ, ਇਹ ਤੇ ਸੋਭਦੀ ਨਹੀਂ। ਜਦੋਂ ਸੁਣਦਾ ਸੀ, ਜਦੋਂ ਵੇਖਦਾ ਸੀ, ਜਦੋਂ ਚਿਤਵਦਾ, ਜਦੋਂ ਸਾਰੇ ਦਾ ਸਿਮਰਨ ਕਰਦਾ ਸੀਗਾ, ਉਦੋਂ ਸੋਭਦਾ ਸੀਗਾ। ਬਾਬਾ ਜੀ ਇਹਨੂੰ ਹੀ ਬਿਆਨ ਕਰਦੇ, ਕਿਆ ਉਹ ਭਲੇ ਬੰਦੇ ਸੋਚ, ਜਿਹੜੀ ਚੀਜ਼ ਤੂੰ ਪ੍ਰੈਕਟੀਕਲੀ ਵੇਖ ਨਹੀਂ ਸਕਦਾ, ਹੋ ਨਹੀਂ ਸਕਦੀ ਤੇਰੇ ਆਲੇ ਦੁਆਲੇ, ਉਹਨੂੰ ਕਿਉਂ એનર્ਜੀ ਦੇ ਰਿਹਾ ਆਪਣੇ, ਕਿਉਂ એનર્ਜੀ ਗਵਾ ਰਿਹਾ ਉਹਦੇ ਵਿੱਚ? ਇਹ ਚੀਜ਼ ਕਿਆ? ਖੈਰ, ਇਹ ਜਦੋਂ ਉਹਦੀ ਵਾਈਫ ਇਹ ਗੱਲ ਕਹਿੰਦੀ ਕਿ ਆਹ ਚੀਜ਼ ਵਾਪਰ ਰਹੀ ਆ, ਹੁਣ ਦੱਸ ਇਹਦੇ ਬਾਬਤ, ਤੇ ਉਹ ਕਹਿੰਦਾ ਨਹੀਂ ਨਹੀਂ ਨਹੀਂ, ਇਹ ਕੋਈ ਜੱਟ ਬੂਡਾਂ ਦੀ ਕੁੜੀ ਥੋੜਾ ਆ, ਇਹ ਤੇ ਸੈਯਦ ਦੀ ਬੇਟੀ ਹੈ, ਬੜੀ ਸਿਆਣੀ ਹੈ, ਮੈਂ ਸਮਝਾ ਲਵਾਂਗਾ। ਉਹ ਕਹਿੰਦੀ ਫਿਰ ਠੀਕ ਹੈ। ਉਹ ਫਿਰ ਉਹਦੇ ਵਾਸਤੇ ਜ਼ਹਿਰ ਦਾ ਪਿਆਲਾ ਭਰ ਕੇ ਰੱਖਦਾ, ਕਹਿੰਦਾ ਵੀ ਬੇਟਾ ਦੋ ਹੀ ਚੋਇਸਿਸ ਨੇ, ਆਈਦਰ ਇਹ ਰਾਹ ਛੱਡ ਦੇ, ਨਹੀਂ ਤੇ ਪਿਆਲਾ ਚੁੱਕ ਕੇ ਮੇਰੇ ਮੂੰਹ ਨੂੰ ਲਾ ਦੇ ਬਸ, ਕਿਉਂਕਿ ਹੋਰ ਤੇ ਕੁਝ ਹੋ ਨਹੀਂ ਸਕਦਾ। ਤੇ ਉਹ ਕਹਿੰਦੀ ਜੀ ਸਦਕਾ ਅੱਬਾ ਜਾਨ, ਇਹ 'ਚ ਕਿਹੜੀ ਗੱਲ ਹੈ, ਜਿਹਨੂੰ ਤੂੰ ਇੰਨੇ ਸਰਾਇਆ ਆ ਉਹ ਸਾਰੀਆਂ ਲਿਮਿਟਸ ਕ੍ਰਾਸ ਕਰ ਗਈ, ਮੈਂ ਤੇ ਉਸ ਰਾਹ ਤੇ ਜਾਵਾਂਗੀ। ਇਹ ਤੇ ਅੱਬਾ ਦੀ ਸਿੱਖਿਆ। ਚੱਕ ਕੇ ਪਿਆਲਾ ਬਾਪ ਨੂੰ ਫੜਾਤਾ, ਉਹ ਪੀ ਕੇ ਮਰ ਗਿਆ। ਇਹ ਰਿਐਲਿਟੀ ਹੈ। ਅਖੀਰ ਜਿਹੜੀ ਚੀਜ਼ ਸਮਾਜ 'ਚ ਨਹੀਂ ਸੋਭਦੀ, ਬੰਦੇ ਨੂੰ ਸੋਭਦੇ ਪ੍ਰਿੰਸੀਪਲਸ ਨੇ, ਐਥਿਕਸ ਨੇ, ਡਿਸਿਪਲਿਨ ਹੈ। ਅਕਥ ਦੀ ਕਹਾਣੀ ਇਹੀ ਹੈ, ਰੱਬ ਦੀ ਕਹਾਣੀ ਇਹੀ ਹੈ। ਰੱਬ ਦੀ ਕਹਾਣੀ ਅਨੁਸ਼ਾਸਨ ਦੀ ਹੈ, ਡਿਸਿਪਲਿਨ ਦੀ ਹੈ, ਧਰਮ ਦੀ ਹੈ, ਜੀਵਨ ਜਾਚ ਦੀ ਹੈ, ਉਚੇਰੇਪਨ ਦੀ ਹੈ। ਬਾਬਾ ਅਮਰਦਾਸ ਕਹਿੰਦੇ ਆਓ ਇਹਦੀ ਕਹਾਣੀ ਕਰੀਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। That is your vision, that is your mission, that is your life, that is your teachings from your Guru. ਇਹ ਬਾਬਾ ਅਮਰਦਾਸ ਜੀ ਨੇ ਬਾਤ ਕੀਤੀ, ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ। ਬੰਦਾ ਕਹਿੰਦਾ ਠੀਕ ਹੈ, ਫੋਲੋ ਕਰ ਲਈ ਗੁਰੂ ਦਾ ਥਾਟ, ਪਰ ਪ੍ਰਭਾਵਿਤ ਹੀ ਨਹੀਂ ਕਰਦਾ, ਅਪੀਲ ਹੀ ਨਹੀਂ ਕਰਦਾ, ਕਰੀਏ ਕੀ? ਭਈ ਗੱਲ ਅਪੀਲ ਇੰਨੀ ਕੀ ਚੀਜ਼ ਆ, ਜਿਹੜੀ ਚੀਜ਼ ਬਾਰੇ ਜਿਹਦੀ ਲਗਾਤਾਰ ਅੱਖਾਂ 'ਚ ਗਲੋਰੀ ਪਾਓਗੇ, ਜਿਹਨੂੰ ਲਗਾਤਾਰ ਸੁਣੋਗੇ, ਸਮਝੋਗੇ, ਅਹਿਸਾਸੋਗੇ, ਅਲਟੀਮੇਟਲੀ ਮਨ ਦਾ ਗਾਹਕ ਬਣ ਜਾਏਗਾ। ਬਹੁਤ ਸਿੰਪਲ ਆ। ਉਹ ਔਖਾ ਕੰਮ ਵੀ ਹੋਏ, ਉਹ ਸੌਖਾ ਕੰਮ ਵੀ ਹੋਏ। ਧਰਤੀ ਦੇ ਉੱਤੇ ਜਿਸ ਚੀਜ਼ ਨੂੰ ਜਿੰਨਾ ਗਲੋਰੀਫਾਈ ਕਰੋਗੇ, ਉਨਾ ਹੀ ਵੱਧ ਉਸ ਚੀਜ਼ ਨੂੰ ਜਿਹੜਾ ਹੈਗਾ ਲੋਕੀ ਅਡਾਪਟ ਕਰਨਗੇ। ਆਪ ਇਹ ਵੀ ਦੇਖੋ, ਮਤਲਬ ਕਈ ਵਾਰੀ ਇੱਥੇ ਨਿਊਯਾਰਕ ਦੇ ਵਿੱਚ ਇੱਕ ਪੂਰਾ ਰਿਸਰਚ ਜਿਹੜੀ ਹੈ ਇੱਕ ਬੱਚੀ ਨੇ ਕੀਤੀ ਵੀ ਕਮਾਲ ਇਹ ਹੈ ਵੀ ਪੰਜਾਬ ਦੇ ਲੋਕ, ਵੱਡੀ ਕਿਰਸਾਨੀ ਨਾਲ ਜੁੜੇ ਹੋਏ ਲੋਕ, ਜੇ ਦੇਖਿਆ ਜਾਏ ਤਾਂ ਲੋਕ ਕਿਰਸਾਨੀ ਖੇਤੀ ਕਰਦੇ, ਇਹਦੇ 'ਚ ਪੂਰੀ ਤਰ੍ਹਾਂ ਗਲਤਾਨ। ਅਮਰੀਕਾ ਆਏ, ਨਿਊਯਾਰਕ ਜਾਂ ਇੱਧਰ ਪਰਲੇ ਪਾਸੇ ਕੈਲੀਫੋਰਨੀਆ ਸਾਈਡ 'ਤੇ, ਦੋਨਾਂ ਪਾਸੇ ਈਸਟ ਐਂਡ ਵੈਸਟ ਕਾਰਨਰ ਦੇ ਉੱਤੇ ਕੈਬੀ ਬਣ ਗਏ। ਮੋਸਟਲੀ ਡਰਾਈਵਿੰਗ, ਟੈਕਸੀ ਡਰਾਈਵ ਪਹਿਲੀਆਂ ਜਿਹੜੇ ਆਏ। ਜੇ ਸੈਕਿੰਡ ਜਨਰੇਸ਼ਨ 'ਚ ਆਏ ਤਾਂ ਮੋਸਟਲੀ ਬੱਚੇ ਮੈਡੀਕਲ ਪ੍ਰੋਫੈਸ਼ਨ 'ਚ ਚਲੇ ਗਏ। ਕਮਾਲ ਹੋ ਗਈ। ਉਹ ਕਹਿੰਦੇ ਕਿੰਨਾ ਜ਼ਿਆਦਾ ਜਿਹੜਾ ਹੈਗਾ ਆ, ਮਤਲਬ ਡਿਫਰੈਂਸ ਕਿੰਨਾ। ਇੱਕ ਪਾਸੇ ਫਾਰਮਰ ਬਿਲਕੁਲ, ਦੂਜੇ ਪਾਸੇ ਉਸ ਤੋਂ ਬਾਅਦ ਪ੍ਰੋਫੈਸ਼ਨ ਕੈਬੀ, ਸਿੱਧੇ ਤੌਰ ਤੇ ਜਿਹੜਾ ਹੈਗਾ ਆ ਸਿੱਧਾ ਕਸਟਮਰ ਨੂੰ ਸਰਵ ਕਰਨਾ, ਮਤਲਬ ਹਰ ਰੋਜ਼ 50-50, 100-100 ਬੰਦੇ ਸਰਵ ਕਰਨੇ, ਛੋਟੀ ਗੱਲ ਨਹੀਂ ਹੈਗੀ। ਬਿਲਕੁਲ ਬੰਦਾ ਡਾਊਨ ਟੂ ਗਰਾਊਂਡ ਆ ਜਾਂਦਾ। ਹਰ ਬੰਦੇ ਨੂੰ ਜਿਹੜਾ ਹੈਗਾ ਉਹਨੂੰ ਡੋਰ ਖੋਲ੍ਹਣਾ, ਡੋਰ ਲਾਉਣਾ ਇਸ ਰੂਪ ਦੇ ਵਿੱਚ। ਉਸ ਤੋਂ ਤੀਸਰੇ ਲੈਵਲ ਤੇ ਇੱਕਦਮ ਮਤਲਬ ਜੰਪ ਕਰਕੇ ਪੋਜੀਸ਼ਨ ਇਹੋ ਜਿਹੀ ਜਿਹਦੇ 'ਚ ਸੋਸਾਇਟੀ 'ਚ ਹਾਈਲੀ ਰਿਸਪੈਕਟਡ ਤੇ ਬਿਲਕੁਲ ਜਿਹੜਾ ਹੈਗਾ ਟੋਟਲੀ ਡਿਫਰੈਂਟ ਪਾਥ, ਮੈਡੀਕਲ ਪ੍ਰੋਫੈਸ਼ਨਲ ਦੇ ਵਿੱਚ ਸਾਰੇ ਕੁਛ। ਇਹ ਕੀ ਹੈ? ਇਹ ਸਾਰੀ ਦੀ ਰਿਸਰਚ ਦੇ ਵਿੱਚੋਂ ਫਿਰ ਬਿਆਨ ਕਰਦੀ ਐਕਚੁਅਲੀ ਹਿਊਮਨ ਮਾਈਂਡ ਦੇ ਵਿੱਚ ਇੱਕੋ ਚੀਜ਼ ਆ, ਜਿਸ ਚੀਜ਼ ਨੂੰ ਜੇ ਗਲੋਰੀਫਾਈ ਕਰਕੇ ਦਿਖਾਓਗੇ ਕਿਸੇ ਦੀਆਂ ਅੱਖਾਂ ਦੇ ਵਿੱਚ, ਬੰਦਾ ਕੋਈ ਵੀ ਹੈ ਉਹ ਪ੍ਰਾਪਤ ਕਰ ਲੇਗਾ। ਜੇ ਕਿਤੇ ਮੰਨਿਆ ਜਾਏ ਕਿ ਬਸ ਮਤਲਬ ਜਿਹੜਾ ਹੈਗਾ ਆ ਬੰਦਾ ਤੇ ਇੱਕ ਤਰ੍ਹਾਂ ਦਾ ਨਾਲ, ਜਿਹਨੂੰ ਕਹਿ ਲਓ ਕਿ ਖੇਤਾਂ ਦਾ ਮਾਲਕ ਹੋਏ ਤੇ ਬਸ ਟਰੈਕਟਰ ਚੱਲ ਰਿਹਾ ਹੋਏ, ਨੌਕਰ ਚਾਕਰ ਹੋਣ, ਬਸ ਇਹੀ ਜ਼ਿੰਦਗੀ ਇਸ ਕਿਸਮ ਦੇ ਨਾਲ, ਉਹ ਗਲੋਰੀਫਿਕੇਸ਼ਨ ਇੰਨੀ ਹੋ ਗਈ। ਉਹ ਕਹਿੰਦਾ ਜੋ ਮਰਜ਼ੀ ਭਾਵੇਂ ਖੱਤੇ ਹੋਣ ਨਾ ਹੋਣ, ਪਰ ਮੈਂ ਖੁਦ ਦੇਖਿਆ ਮੋਹਾਲੀ 'ਚ ਪੜ੍ਹਦਿਆਂ ਹੋਇਆਂ, ਜ਼ਮੀਨ ਵੀ ਕੋਈ ਨਹੀਂ, ਕੁਛ ਨਹੀਂ ਹੈਗਾ, ਖੱਤਿਆਂ 'ਚ ਕੁਛ ਹੋਰ ਬਣ ਗਿਆ, ਕੋਠੀ ਪੈ ਗਈ, ਸਭ ਕੁਛ, ਟਰੈਕਟਰ ਰੱਖਿਆ।
ਟਰੈਕਟਰ ਤੇ ਵੈਸੇ ਹੀ ਜਿਹੜਾ ਹੈਗਾ ਉਸ ਨੂੰ ਬਾਹਰ ਕੱਢ ਕੇ ਗੇੜੇ ਗੂੜੇ ਦਿਵਾਣੇ, ਕੀ ਹੈ ਗਲੋਰੀਫਿਕੇਸ਼ਨ ਕੀਤੀ ਗਈ ਉਹਦੀ। ਇਹੋ ਜਿਹਾ ਲਾਈਫ ਸਟਾਈਲ ਅਜੇ ਵੀ ਅਪੀਲ ਕਰਦਾ ਹੈ। ਸੋ ਇਹ ਹੈ ਨਾ ਕੁਛ ਚੰਗਾ ਨਾ ਕੁਛ ਬੁਰਾ। ਜਿਸ ਚੀਜ਼ ਨੂੰ ਜਿੰਨਾ ਸਰਾਹੋਗੇ, ਜਿੰਨਾ ਉਹਨੂੰ ਵਾਰ-ਵਾਰ ਸੁਣੋਗੇ, ਉਹੋ ਜਿਹਾ ਜੀਵਨ ਹੋ ਜਾਏਗਾ। ਜੇ ਬੰਦੇ ਨੂੰ ਚੰਗੇਰੇ ਜੀਵਨ ਬਾਬਤ, ਜਿਹਦੇ 'ਚ ਅਸੂਲ ਹੈ, ਧਾਰਮਿਕ ਪ੍ਰਵਿਰਤੀ ਹੈ, ਅਧਿਆਤਮਕਤਾ ਹੈ, ਕੁਝ ਬੰਦੇ ਦੇ ਅੰਦਰ ਇਨਸਾਨੀਅਤ ਆ, ਉਹਦੇ ਅਪੀਲ ਕਰ ਜਾਏਗੀ ਬੰਦੇ ਨੂੰ, ਲਗਾਤਾਰ ਨੂੰ ਗਲੋਰੀਫਿਕੇਸ਼ਨ ਕਰੋਗੇ ਉਹਦੀ। ਇਹੀ ਗੁਰੂ ਸਾਹਿਬ ਨੇ ਕਰਕੇ ਰਾਖਸ਼ ਬਿਰਤੀ ਨੂੰ ਦੇਵ ਬਿਰਤੀ ਬਣਾ ਦਿੱਤਾ, ਖਾਲਿਸ ਬਿਰਤੀ ਬਣਾ ਦਿੱਤਾ। ਉਸ ਸਮੇਂ ਦੇ ਵਿੱਚ, ਜਿਸ ਸਮੇਂ ਦੇ ਵਿੱਚ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਹੜਾ ਹੈਗਾ ਪੋਸਟ ਮੈਡੀਵਲ ਪੀਰੀਅਡ ਚੱਲ ਰਿਹਾ ਹੋਏ, ਐਸੀ ਹਾਲਤ ਹੋਏ ਤੇ ਦੇਵਤਿਆਂ ਵਰਗੇ ਲੋਕ ਹੋਣ, ਜਿਹਨਾਂ ਲੋਕਾਂ ਨੇ ਇੱਜ਼ਤਾਂ ਦੇ ਰਾਖੇ ਬਣ ਗਏ, ਜਿਹੜੇ ਲੋਕ ਮਨੁੱਖਤਾ ਦੇ ਕਲਿਆਣ ਹੇਠ ਪੂਰਿਆਂ ਕੱਟਣ ਲਈ ਤਿਆਰ ਹੋ ਗਏ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਗੁਰਮਤੀ ਮਨ ਸੱਚੋ ਭਾਵੈ। ਜੇ ਗੁਰੂ ਕੀ ਮੱਤ ਵਾਲੇ ਪਾਸੇ ਤੁਰੋਗੇ, ਇਹ ਮਨ ਸੱਚ ਦਾ ਗਾਹਕ ਬਣ ਜਾਏਗਾ। ਸੱਚੋ ਸੱਚ ਰਵੇਂ ਦਿਨ ਰਾਤੀ, ਜਿਹੜੇ ਬਿਲਕੁਲ ਅਲਟੀਮੇਟ ਸੱਚ, ਅਲਟੀਮੇਟ ਟਰੁੱਥ, ਜਿਹੜਾ ਰਿਐਲਿਟੀ ਜਿਹੜੀ ਹੈ, ਉਹਦੇ ਨਾਲ ਆਤਮਸਾਤ ਹੋਣ ਵਾਸਤੇ ਰਵੇਂ ਦਿਨ ਰਾਤੀ। ਇਹ ਮਨ ਸੱਚ ਰੰਗਾਵਣ ਆ। ਤੇ ਇਹ ਮਨ ਕਈ ਵਾਰੀ ਹੁੰਦਾ ਨਾ ਵੀ ਸਪੋਜ਼ ਕਰੋ ਤੁਸੀਂ ਕੱਪੜਾ ਰੰਗਣਾ, ਫੜ ਕੇ ਰੰਗ ਦਿਓਗੇ, ਪਰ ਜੇ ਕੋਈ ਤੁਸੀਂ ਕੋਈ ਪੈਟ ਪਾਲਿਆ ਹੋਏ ਘਰ ਦੇ ਵਿੱਚ ਜਾਂ ਕੋਈ ਜਾਨਵਰ ਹੀ ਹੋਏ ਤੇ ਉਹਨੂੰ ਫੜ ਕੇ ਸੋਚੇ ਬੰਦਾ ਵੀ ਇਹਨੂੰ ਰੰਗ ਲਾਵਾਂਗਾ ਜਾਂ ਕੁਛ ਲਾਵਾਂਗਾ, ਉਹ ਤੇ ਹੱਥ ਨਹੀਂ ਆਏਗਾ, ਉਹ ਤੇ ਭੱਜੇਗਾ, ਉਹ ਕਹੇਗਾ ਮੈਂ ਕਿਉਂ। ਤੇ ਮਨ ਤੇ ਇੱਕ ਐਸਾ ਪੰਛੀ ਹੈ, ਇਹ ਤੇ ਪਕੜੇ 'ਚ ਨਹੀਂ ਆਉਂਦਾ, ਇਹਨੂੰ ਕਿਵੇਂ ਰੰਗ ਦਿਓਗੇ ਤੁਸੀਂ। ਇਹ ਤੇ ਜਿੰਨੀ ਦੇਰ ਆਪ ਤਿਆਰ ਨਹੀਂ ਹੁੰਦਾ ਵੀ ਹਾਂ ਮੈਂ ਬਦਲਣਾ ਆ, ਮੈਂ ਇਸ ਰੰਗ 'ਚ ਰੰਗੇ ਜਾਣਾ। ਸਾਹਿਬ ਕਹਿੰਦੇ ਜੇ ਸੱਚ ਨੂੰ ਦਿਨ ਰਾਤ ਗਾਓਗੇ, ਫਿਰ ਦੇਖੋ ਪੰਕਤੀ ਕੀ ਹੈ, ਸੱਚੋ ਸੱਚ ਰਵੇਂ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਇਹ ਮਨ ਸੱਚ 'ਚ ਰੰਗਾਇਆ ਵੀ ਜਾਏਗਾ। ਇੱਕ ਪਦਾ ਹੋਰ ਕਹਿ ਕੇ ਵਾਈਂਡ ਅਪ ਕਰ ਦਿੰਦੇ ਆ, ਜੋ ਸੱਚ ਰੱਤੇ ਤਿਨ ਸੱਚੋ ਭਾਵ ਹੈ। ਨਿਸ਼ਾਨੀ ਕੀ ਹੈ ਸੱਚ 'ਚ ਰੱਤਿਆਂ ਦੀ, ਉਹਨਾਂ ਨੂੰ ਸੱਚ ਭਾਵੇਗਾ, ਸੱਚ ਚੰਗਾ ਲੱਗੇਗਾ, ਸੱਚ ਬੋਲ ਸਕਣਗੇ, ਸੁਣ ਸਕਣਗੇ, ਕਹਿ ਸਕਣਗੇ, ਮੰਨ ਸਕਣਗੇ, ਜੀ ਸਕਣਗੇ। ਅਦਰਵਾਈਜ਼ ਬੰਦਾ ਸੱਚ ਬੋਲਣ ਤੋਂ ਵੀ ਡਰਦਾ, ਸੱਚ ਸੁਣਨ ਤੋਂ ਵੀ ਡਰਦਾ, ਸੱਚ ਵਿੱਚ ਰਹਿੰਦਾ ਵੀ ਨਹੀਂ। ਕਿਸੇ ਝੂਠ ਦੀ ਦੁਨੀਆ ਨੂੰ, ਕੂੜ ਦੀ ਦੁਨੀਆ ਨੂੰ ਆਪਣੇ ਅੰਦਰ ਪਾਲਦਾ, ਉਹੋ ਜਿਹੀ ਕਲਪਨਾ, ਉਹੋ ਜਿਹੀ ਦੁਨੀਆ 'ਚ ਰਹਿੰਦਾ। ਮਹਾਰਾਜ ਕਹਿੰਦੇ ਉਹ ਬੰਦਾ ਰੀਅਲਿਸਟਿਕ ਗਰਾਊਂਡ ਤੇ ਆ ਜਾਂਦਾ ਹੈ। ਜੋ ਸੱਚ ਰੱਤੇ ਤਿਨ ਸੱਚੋ ਭਾਵੈ, ਆਪੇ ਦੇ ਨਾ ਪਛੋਤਾਵੈ। ਬਾਕੀ ਦੇਣ ਵਾਲਾ ਕਰਤਾਰ ਹੈ ਤੇ ਉਹ ਦੇ ਦੇ ਕੇ ਪਛਤਾਉਂਦਾ ਨਹੀਂਗਾ। ਜਿਵੇਂ ਕਈ ਵਾਰੀ ਵੀ ਹੁੰਦਾ ਹੈ, ਜੇ ਸੱਚ ਹੀ ਹੈ ਸਭ ਕੁਝ, ਰੱਬ ਹੀ ਜਾਣਦਾ ਸਭ ਕੁਝ, ਰੱਬ ਨੂੰ ਪਤਾ ਆ, ਤੇ ਫਿਰ ਤੇ ਉਹ ਕੂੜ ਨੂੰ ਆਪਣੇ ਆਪ ਐਲੀਮੀਨੇਟ ਕਰਦੇ, ਖਤਮ ਕਰਦੇ। ਜਿਹੜੇ ਬੰਦੇ ਕੂੜੇ ਨੇ, ਭੈੜੇ ਨੇ, ਉਹਨਾਂ ਨੂੰ ਮੁਕਾ ਹੀ ਦੇਗਾ। ਮਹਾਰਾਜ ਕਹਿੰਦੇ ਉਹਨੂੰ ਪਛਤਾਵਾ ਕੋਈ ਨਹੀਂਗਾ। ਉਹ ਤੇ ਇੱਕ ਸ਼ੋਅ ਚਲਾ ਰਿਹਾ, ਤਮਾਸ਼ਾ ਆ, ਤਮਾਸ਼ੇ ਦੇ ਵਿੱਚ ਉਹ ਵੇਖ ਰਿਹਾ ਸਭ ਨੂੰ, ਬੈਠਾ ਵੇਖੇ ਵੱਖ ਅਕੇਲਾ, ਉਹਨੂੰ ਕੋਈ ਪਛਤਾਵਾ ਨਹੀਂਗਾ। ਉਹਦੀ ਬਾਤ ਕੀਤੀ ਗੁਰੂ ਅਮਰਦਾਸ ਸਾਹਿਬ ਨੇ, ਕਹਿੰਦੇ ਆਪੇ ਦੇ ਨਾ ਪਛੋਤਾਵੈ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੇ ਜ਼ਰੀਏ ਸਦੀਵ ਕਾਲੀ ਵਸਣ ਵਾਲੇ ਸੱਚ ਨੂੰ, ਰੱਬ ਨੂੰ, ਅਕਥ ਨੂੰ ਜਾਣ ਲਿਆ, ਸੱਚੇ ਸੁਖ ਪਾਵਣਿਆ, ਉਹ ਫਿਰ ਸੱਚੇ ਨਾਲ ਅਹਿਸਾਸ ਕੇ ਅਸਲ ਸੁਖ ਨੂੰ ਪ੍ਰਾਪਤ ਕਰਦੇ। ਅਦਰਵਾਈਜ਼ ਸੁਖ ਦੀ ਪਰਿਭਾਸ਼ਾ ਮਨੁੱਖੀ ਦੁਨੀਆ 'ਚ ਆਪੋ ਆਪਣੀ ਹੈ। Most of the time we think comfort is actually happiness or pleasure, or you can say some sort of actually sukh. ਪਰ reality ਦੇ ਵਿੱਚ ਜਿਹੜਾ comfort ਤੇ pleasure ਜਾਂ ਸੁਖ ਆ, ਉਹ ਬਿਲਕੁਲ ਡਿਫਰੈਂਟ ਚੀਜ਼ਾਂ ਨੇ। ਇਹ ਵੀ ਅਵਸਥਾ ਹੋ ਸਕਦੀ ਹੈ ਕੋਈ ਬਿਲਕੁਲ ਉਸ ਅਵਸਥਾ 'ਚੋਂ ਲੰਘੇ ਜਿਹਦੇ 'ਚ ਉਹਨੂੰ ਕੁਛ ਵੀ ਨਹੀਂ ਮਿਲ ਰਿਹਾ, ਤੇ ਛੋਲੇ ਵੀ ਖਾਣ ਨੂੰ ਮਿਲਦੇ ਮੁੱਠ, ਤੇ ਉਹ ਕਹਿੰਦਾ ਬਦਾਮ ਚੱਬ ਰਹੇ ਆ ਭਾਈ। ਇਹ ਬਦਾਮ ਕਿਉਂ ਨੇ? ਕਿਉਂਕਿ ਕਿਸੇ ਅਸੂਲ ਤੇ ਖੜੇ ਹੋ ਕੇ ਜੀ ਰਹੇ ਆ। ਜ਼ਮੀਰ ਥੋੜਾ ਵੇਚਿਆ ਆਪਣਾ, ਆਪਣੀ ਅਣਖ ਥੋੜਾ, ਗੈਰਤ ਥੋੜਾ ਵੇਚ ਦਿੱਤੀ ਹੈ। ਹੱਕ ਸੱਚ ਦੇ ਰਾਹ ਤੇ ਤੁਰ ਰਹੇ ਆ। ਕਰਤਾਰ ਅੰਗ ਸੰਗ ਹੈ, ਗੁਰੂ ਸੋਭ ਨਹੀਂ ਕਿਹਾ। ਅੱਖਾਂ ਖੁੱਲੀਆਂ ਦੇ ਵਿੱਚ ਵੀ ਗੁਰੂ ਨਾਲ, ਅੱਖਾਂ ਬੰਦ 'ਚ ਵੀ ਗੁਰੂ ਨਾਲ। ਇਹ ਜੀਵਨ ਦੀ ਹਰ ਜਿਹੜੀ ਆ ਲੈਵਲ ਦੀ ਐਬਿਲਿਟੀ ਬੰਦੇ ਨੂੰ ਆ ਗਈ। ਸਾਹਿਬ ਨੇ ਉਹਦੀ ਬਾਤ ਕੀਤੀ। ਫਿਰ ਕੀ ਹੈ? ਮਿਲ ਸੱਚੇ ਸੁਖ ਪਾਵਣਿਆ, ਇਸ ਰੂਪ ਵਿੱਚ ਬਾਤ ਹੋਈ। 4 ਪਦੇ ਹੋਏ ਨੇ, ਅਗਲੇ ਪਦਿਆਂ ਦੇ ਵਿਚਾਰ ਆਉਂਦੇ ਸਮਝ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਭਾਈ ਸਾਹਿਬ ਨੇ ਸਮੁੱਚੀ ਸਮਾਪਤੀ ਕਰਾਉਣਗੇ। ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ